ਬੇਬੇ ਪਾਣੀ ਲਈ। ਲਿਆਉਣੀ ਆ ਪੁੱਤ, ਆ ਗਏ ਤੁਸੀਂ? ਹਾਂਜੀ। ਖੜ ਜਾ। ਹੌਲੀ ਹੌਲੀ। ਡਾਕਟਰ ਨੇ ਕਿਹਾ ਵੀ ਹੌਲੀ ਹੌਲੀ ਬੈਠਣਾ, ਠੀਕ ਹੈ? ਧਿਆਨ ਰੱਖ ਆਪਣਾ। ਅੱਜ ਤਾਂ ਨਾ ਸੌਂ ਲੱਗੀ ਪ੍ਰੀਤ, ਡਾਕਟਰ ਨੇ ਮਨ ਖੁਸ਼ ਕਰਤਾ, ਜਰੀ ਗੱਲ ਦੱਸ ਕੇ ਤਾਂ। ਬਸ ਕਰੋ ਜੀ, ਮੇਰੇ ਤਾਂ ਨਾ ਸੰਗ ਰੱਖੀ ਜਾਂਦੀ। ਓਹੋ ਕਸਮ ਲੱਗੇ, ਏਦਾਂ ਨਾ ਜੀ ਕਰਦਾ ਨੱਚਣ ਲੱਗ ਜਾ। ਅੱਛਾ ਜੀ। ਹਾਂ, ਬੜੀ ਖੁਸ਼ੀ ਚੜੀ ਪਈ ਹੈ ਮੈਨੂੰ ਤਾਂ ਡੈਡੀ ਬਣਨ ਦੀ। ਅੱਛਾ ਜੀ। ਹਾਂਜੀ, ਮੈਨੂੰ ਤਾਂ ਬੜੀ ਖੁਸ਼ੀ ਹੈ। ਕੋਈ ਤੇ ਗੱਲ ਪੁੱਛਾਂ? ਚਲੋ 5 ਪੁੱਛੋ ਜੀ। ਤੁਸੀਂ ਆਪਣੇ ਪੁੱਤਰ ਦਾ ਕੀ ਨਾਮ ਰੱਖੋਗੇ? ਹੈ ਕਮਲੀ, ਤੈਨੂੰ ਕੀ ਪਤਾ ਵੀ ਪੁੱਤਰ ਹੋਊਗਾ? ਉਹ ਕਮਲੀਏ, ਧੀਆਂ ਕਿਹੜਾ ਘੱਟ ਹੁੰਦੀਆਂ ਨੇ, ਹੈ? ਬੜਾ ਪਿਆਰ ਕਰਦੀਆਂ ਨੇ ਮਾਂ ਪਿਓ ਨੂੰ ਉਹ। ਨਾ ਜੀ, ਮੇਰਾ ਤਾਂ ਦਿਲ ਕਹਿੰਦਾ ਕਿ ਆਪਣੇ ਪੁੱਤਰ ਹੀ ਹੋਊਗਾ। ਪਹਿਲਾਂ ਹੋ ਤਾਂ ਲੈਣ ਦੇ, ਹੁਣ ਐ ਕੀ ਪਤਾ ਲੱਗਦਾ ਪੁੱਤਰ ਹੀ ਹੋਊਗਾ। ਮੈਂ ਤਾਂ ਜੀ ਰੋਜ਼ ਰੱਬ ਅੱਗੇ ਪੁੱਤਰ ਦੀ ਅਰਦਾਸ ਕਰਦੀ ਹਾਂ ਕਿ ਰੱਬ ਆਪਾਂ ਨੂੰ ਪੁੱਤਰ ਹੀ ਦੇਵੇ। ਉਹ ਕਮਲੀਏ, ਕਈ ਵਾਰੀ ਤੈਨੂੰ ਦੱਸਿਆ, ਧੀਆਂ ਪੁੱਤਾਂ 'ਚ ਕੋਈ ਫਰਕ ਨਹੀਂ ਹੁੰਦਾ। ਧੀਆਂ ਵੀ ਰੱਬ ਦੀ ਦੇਣ ਹੈ, ਰੱਬ ਦਾ ਰੂਪ ਹੁੰਦੀਆਂ ਨੇ ਉਹ। ਮਾਂ ਪਿਓ ਨੂੰ ਕਦੇ ਨਹੀਂ ਭੁੱਲਦੀਆਂ ਹੈਗੀਆਂ, ਹਜੇ ਪੁੱਤ ਭੁੱਲ ਜਾਂਦੇ ਨੇ। ਮੈਂ ਮੱਥਾ ਟੇਕ ਕੇ ਬਾਬੇ ਅੱਗੇ ਇਹੀ ਅਰਦਾਸ ਕਰਦਾ ਨਾ ਵੀ ਇਹ ਰੱਬਾ ਮੈਨੂੰ ਇੱਕ ਧੀ ਜ਼ਰੂਰ ਦੇ ਦੇ। ਨਹੀਂ ਜੀ, ਆਪਣੇ ਪੁੱਤਰ ਹੀ ਹੋਊਗਾ ਬਸ। ਹੈ ਕਮਲੀ, ਅੜਵਾਈਏ ਕਰਕੇ ਬੈਠ ਗਈ ਤੂੰ ਤਾਂ। ਪੁੱਤਰ। ਲੈ ਪੁੱਤ, ਪਾਣੀ ਲੈ ਲੈ। ਲੈ ਬੇਬੇ। ਜਾਏ ਫਿਰ ਤੁਸੀਂ? ਹਾਂ ਬੇਬੇ, ਜਾ ਆਏ। ਫਿਰ ਕੀ ਕਹਿੰਦਾ ਡਾਕਟਰ ਸਾਹਿਬ, ਠੀਕ ਠਾਕ ਹੈ? ਹਾਂ, ਖੁਸ਼ੀ ਦੀ ਗੱਲ ਹੈ ਇੱਕ। ਬੇਬੇ ਤੂੰ ਨਾਨੀ ਬਣਨ ਵਾਲੀ ਆ। ਲੈ ਪੁੱਤ, ਫਿਰ ਤੂੰ ਕੁੜੀਆਂ ਮੰਗਦੇ ਸ਼ਰਮੋਂ ਨੇ, ਪਰਮਾਤਮਾ ਨੇ ਆਪਣੀ ਮਸਾਂ ਸੁਣੀ ਹੈ। ਬੇਬੇ ਪ੍ਰੀਤ ਕਹਿੰਦੀ ਆਪਣੇ ਤਾਂ ਕਹਿੰਦੀ ਮੁੰਡਾ ਹੀ ਹੋਊ। ਲੈ ਦੱਸ, ਹੈ ਇਹ ਤਾਂ ਬੌਲੀ ਹੈ, ਬੌਲ ਮਾਰਦੀ ਹੈ। ਦੱਸ, ਧੀਆਂ ਕੀ ਪੁੱਤਾਂ ਨਾਲੋਂ ਘੱਟ ਹੁੰਦੀਆਂ ਨੇ? ਉਹੀ ਤਾਂ ਮੈਂ ਇਹਨੂੰ ਕਿੱਦਾਂ ਸਮਝਾਉਣ ਲੱਗ ਰਿਹਾ ਵੀ ਦੱਸ, ਧੀਆਂ ਕਿਹੜਾ ਕੋਈ ਚੱਕ ਕੇ ਲੈ ਜਾਂਦੀਆਂ ਨੇ ਘਰੋਂ? ਮਾਂ ਪਿਓ ਦਾ ਧੀਆਂ ਵੱਧ ਸਤਿਕਾਰ ਕਰਦੀਆਂ ਨੇ। ਸਹੀ ਗੱਲ ਹੈ ਬੇਬੇ। ਕਿਉਂ? ਅਸੀਂ ਵੀ ਤਾਂ ਕਿਸੇ ਦੀਆਂ ਧੀਆਂ ਹੀ ਸੀਆਂ। ਕਿਉਂ ਵੈਸੇ ਹੀ ਗੱਲ ਕਰੀ ਸੀ। ਬੇਸੀ ਗੱਲ ਕਰੀ ਤੀ ਤੂੰ ਤਾਂ ਜਿੱਦੇ ਫੜ ਕੇ ਬੈਠ ਗਈ, ਮੁੰਡਾ ਹੋ। ਪਰ ਹੋਊਗਾ ਆਪਣੇ ਪੁੱਤਰ ਹੀ। ਨਾ ਪੁੱਤ, ਇਹੀ ਜਿਹੀ ਗੱਲ ਨਹੀਂ ਦਿਮਾਗ ਤੇ ਲਾਇਆ ਕਰਦੇ। ਮੈਂ ਰੱਬ ਅੱਗੇ ਰੋਜ਼ ਅਰਦਾਸ ਕਰਿਆ ਕਰੂੰਗਾ ਵੀ ਰੱਬਾ ਮੈਨੂੰ ਧੀ ਦੇ। ਚੰਗਾ ਪੁੱਤ, ਤੁਸੀਂ ਮਾਰੋ ਗੱਲਾਂ, ਮੈਂ ਚਾਹ ਬਣਾ ਕੇ ਲਿਆਉਣੀ ਆ। ਚੰਗਾ ਬੇਬੇ, ਬਣਾ ਲਿਆ। ਨਾ ਬੀਬੀ ਨੂੰ ਦੱਸਣ ਦੀ ਕੀ ਲੋੜ ਸੀ? ਕੀ ਗੱਲ ਹੈ ਬੇਬੇ ਨੂੰ ਉਦੋਂ ਨਾ ਪਤਾ ਲੱਗਦਾ ਜਦੋਂ ਐਡਾ ਵੱਡਾ ਢਿੱਡ ਹੋ ਜਾਂਦਾ। ਨਾ ਕਰੋ ਪਲੀਜ਼। ਪਾਣੀ ਪੀ ਲੈ, ਚੰਗਾ ਆਰਾਮ ਕਰ ਲੈ। ਪ੍ਰੀਤ, ਜੇ ਤੇਰੇ ਘਰ ਇੱਕ ਕੁੜੀ ਨੇ ਜਨਮ ਲੈ ਲਿਆ ਤਾਂ ਤੂੰ ਕੀ ਕਰੇਂਗੀ? ਤੇਰਾ ਕੱਖ ਨਹੀਂ ਰਹਿਣਾ। ਤੂੰ ਕਿਵੇਂ ਬਰਦਾਸ਼ਤ ਕਰੇਂਗੀ ਉਸ ਪਾਪ ਨੂੰ? ਨਹੀਂ, ਮੈਂ ਕੁੜੀ ਨੂੰ ਜਨਮ ਨਹੀਂ ਦੇਵਾਂਗੀ। ਮੈਂ ਜਾਂ ਆਪ ਮਰ ਜੂ ਜਾਂ ਉਹਨੂੰ ਮਾਰ ਦੂੰ। ਬੇਬੇ ਆਈ ਭੱਜ ਕੇ। ਹਾਏ ਮੈਂ ਮਰ ਜਾ, ਕੀ ਹੋ ਗਿਆ? ਬੀਬੀ ਦਰਦ ਹੋਣ ਲੱਗ ਰਿਹਾ, ਬਹੁਤ ਦਰਦ ਹੋ ਰਿਹਾ। ਕਰਨਾਟ ਪੁੱਤ, ਘਬਰਾਉਣ ਵਾਲੀ ਕੋਈ ਗੱਲ ਨਹੀਂ। ਬੱਚੇ ਆਏ ਕਰਦੇ ਨੇ, ਹਸਪਤਾਲ ਲੈ ਕੇ ਜਾਵਾਂਗੇ, ਗੱਡੀ ਕੱਢ ਕੇ ਰੱਖ। ਚੰਗਾ ਬੇਬੇ, ਲੈ ਆ ਜਾ ਤੂੰ। ਸਭ ਕਿਵੇਂ ਨੇ ਜੀ ਹੁਣ ਇਹ? ਦੇਖੋ ਜੀ, ਬਿਲਕੁਲ ਠੀਕ ਨੇ। ਅੱਧੇ ਘੰਟੇ ਤੱਕ ਇਹਨਾਂ ਨੂੰ ਹੋਸ਼ ਆ ਜੂ। ਬੱਚੀ ਵੀ ਬਿਲਕੁਲ ਠੀਕ ਹੈ, ਡਾਕਟਰ ਸਾਹਿਬ ਚੈੱਕ ਕਰ ਰਹੇ ਨੇ। ਠੀਕ ਹੈ ਜੀ। ਜਦੋਂ ਇਹਨਾਂ ਨੂੰ ਹੋਸ਼ ਆ ਗਈ, ਆਪਾਂ ਬੱਚੇ ਇਹਨਾਂ ਨੂੰ ਹੈਂਡਓਵਰ ਕਰ ਦਾਂਗੇ। ਠੀਕ ਹੈ ਸਰ। ਠੀਕ ਹੈ ਜੀ, ਤੁਸੀਂ ਘਬਰਾਉਣਾ ਨਹੀਂ। ਠੀਕ ਹੈ ਜੀ। ਚਲੋ ਜੀ, ਤੁਸੀਂ ਹੁਣ ਇਹਨਾਂ ਦਾ ਧਿਆਨ ਰੱਖਣਾ। ਅੱਛਾ ਜੀ। ਜਦੋਂ ਤੱਕ ਇਹ ਹੋਸ਼ 'ਚ ਨਹੀਂ ਆਉਂਦੇ, ਇੱਥੇ ਹੀ ਰਹਿਣਾ। ਠੀਕ ਹੈ ਜੀ। ਠੀਕ ਹੈ ਜੀ, ਬਾਕੀ ਚਿੰਤਾ ਨਾ ਕਰੋ। ਠੀਕ ਹੈ ਜੀ।
ਘੰਟਾ ਹੋਣ ਨੂੰ ਹੋ ਰਿਹਾ, ਹੋਸ਼ ਹੁਣ ਤੱਕ ਨਹੀਂ ਆਇਆ। ਡਾਕਟਰ ਸਾਹਿਬ ਕਹਿੰਦੇ ਅੱਧੇ ਘੰਟੇ 'ਚ ਆ ਜਾਓ। ਕੁਛ ਕਹਿਣਾ ਚਾਹੁੰਦੀ ਆ? ਖਾਣਾ ਕੁਛ? ਹਾਂ ਤੁਸੀਂ ਠੀਕ ਹੋ? ਹੈ ਕਮਲੀ ਨਾ ਹੋਏ, ਮੈਨੂੰ ਕੀ ਹੋਣਾ ਹੈ? ਤੂੰ ਦੱਸ, ਤੂੰ ਠੀਕ ਆ? ਮੈਂ ਵੀ ਠੀਕ ਹਾਂ। ਕੀ ਹੋਇਆ? ਤੂੰ ਬੁੱਝ ਕੀ ਹੋਇਆ, ਦੱਸ। ਮੈਨੂੰ ਕੀ ਪਤਾ, ਤੁਸੀਂ ਦੱਸੋ ਕੀ ਹੋਇਆ? ਹੈ ਕਮਲੀ ਨਾ ਹੋਏ, ਤੂੰ ਇੱਕ ਵਾਰੀ ਦੱਸ ਤਾਂ, ਤੂੰ ਦੱਸ ਕੀ ਹੋਇਆ। ਮੈਨੂੰ ਨਹੀਂ ਪਤਾ, ਤੁਸੀਂ ਦੱਸੋ ਕੀ ਹੋਇਆ? ਤੂੰ ਬੁੱਝ ਕੇ ਦੇਖੇ ਕਿ ਸੋਚ ਕੇ ਦੇਖ, ਕੁਛ ਤਾਂ ਨਾ ਲੈ ਦੇ ਵੀ ਮੁੰਡਾ ਜਾਂ ਕੁੜੀ, ਕੁਛ ਤਾਂ ਕਹਿ, ਫਿਰ ਮੈਂ ਤੈਨੂੰ ਦੱਸੂ। ਮੈਨੂੰ ਨਹੀਂ ਪਤਾ, ਤੁਸੀਂ ਮੈਨੂੰ ਦੱਸੋ ਨਾ ਪਲੀਜ਼ ਕੀ ਹੋਇਆ? ਹਾਂਜੀ ਆ ਗਈ ਹੋਸ਼? ਹਾਂ ਹਾਂਜੀ ਹਾਂਜੀ ਹਾਂਜੀ। ਬਸ ਇਧਰ ਇਧਰ ਆ ਜੀ। ਕੀ ਹੋ ਗਿਆ? ਨਰਸ ਕੇਅਰ ਕਰੋ, ਧੀ ਆ ਯਾਰ, ਜਲਦੀ ਸੈਡੇਸ਼ਨ ਲੈ ਕੇ ਆਓ। ਉਹ ਯਾਰ ਧੀ ਆ, ਮੈਂ ਉਹਨੂੰ ਦੱਸਦਾ ਰਿਹਾ, ਤੂੰ ਕਹਿੰਦੀ ਫੇਰ ਆ ਗਈ। ਮੈਨੂੰ ਮਾਰ ਦੋ, ਇਹਨਾਂ ਨੇ ਮੈਨੂੰ ਮਾਰ ਦੇਣਾ। ਹੈ ਕਮਲੀ ਨਾ ਹੋਵੇ, ਤੈਨੂੰ ਹੋ ਕੀ ਗਿਆ? ਇਹ ਡੇਢ ਨੇ ਮੈਨੂੰ ਮਾਰ ਦੇਣਾ, ਇਹਨੂੰ ਮਾਰ ਦੋ, ਇਹਨੂੰ ਉਹ ਤੈਨੂੰ ਕਿਵੇਂ ਮਾਰ ਦੂ? ਆਪਣੀ ਧੀ ਆ, ਪੁੱਤ ਆਪਣਾ ਯਾਰ। ਉਹ ਇਹਨੂੰ ਮਾਰ ਦੋ। ਡਾਕਟਰ ਸਾਹਿਬ ਦੇਖਿਓ, ਕੁਛ ਨਹੀਂ ਹੋਇਆ, ਡਾਕਟਰ ਸਾਹਿਬ ਕੀ ਹੋ ਗਿਆ ਇਹਨਾਂ ਨੂੰ? ਇਹਨਾਂ ਨੂੰ ਥੋੜਾ ਟਾਈਮ ਇਸ ਤਰ੍ਹਾਂ ਰਹਿਣ ਦਿਓ, ਇਹ ਬੇਹੋਸ਼ ਹੋ ਗਏ। ਅੱਛਾ ਜੀ, ਕੋਈ ਗੱਲ ਨਹੀਂ, ਤੁਸੀਂ ਘਬਰਾਓ ਨਾ, ਇਹ ਹੋ ਕੀ ਗਿਆ ਬਈ? ਤੁਸੀਂ ਘਬਰਾਓ ਨਾ, ਆਓ ਮੇਰੇ ਨਾਲ, ਇਸ ਤਰ੍ਹਾਂ ਹੀ ਰਹਿਣ ਦਿਓ, ਇਹਨਾਂ ਨੂੰ ਰਿਲੈਕਸ ਰਹਿਣ ਦਿਓ। ਉਹ ਮੇਰੇ ਪਰਮਾਤਮਾ। ਆ ਜਾਓ ਆ ਜਾਓ। ਦੇਖੋ ਜੀ, ਇਹ ਜਿਹੜੇ ਡਾਕਟਰ ਸਾਹਿਬ ਆਏ ਸੀ ਨਾ, ਹੁਣ ਗਏ ਨੇ। ਹਾਂਜੀ, ਇਹ ਸਪੈਸ਼ਲਿਸਟ ਨੇ ਮਾਨਸਿਕ ਰੋਗਾਂ ਦੇ। ਅੱਛਾ ਜੀ, ਇਹਨਾਂ ਨਾਲ ਵੀ ਮੈਂ ਇਹ ਰਿਪੋਰਟਾਂ ਦੀ ਡਿਸਕਸ਼ਨ ਕੀਤੀ ਹੈ ਸਾਰੀ। ਅੱਛਾ ਜੀ। ਉਹ ਵੀ ਇਸੇ ਨਤੀਜੇ ਤੇ ਪਹੁੰਚੇ ਨੇ ਕਿ ਤੁਹਾਡੇ ਘਰ ਵਾਲੀ ਨੂੰ ਕੋਈ ਡੂੰਘਾ ਸਦਮਾ ਲੱਗਿਆ ਹੋਇਆ, ਕੋਈ ਇਹਨਾਂ ਦਾ ਪੁਰਾਣਾ ਜ਼ਖਮ ਹਰਾ ਹੋ ਗਿਆ, ਤਾਂ ਹੀ ਇਹਨਾਂ ਨੇ ਬੇਬੀ ਦੇ ਪੈਦਾ ਹੋਣ ਤੇ ਨਾ ਇੱਕ ਖੁੰਖਾਰ ਰੂਪ ਧਾਰ ਲਿਆ। ਅੱਛਾ ਜੀ। ਹੁਣ ਤੁਸੀਂ ਸਾਵਧਾਨੀ ਇਹ ਵਰਤਣੀ ਆ ਵੀ ਇੱਕ ਤਾਂ ਬੇਬੀ ਨੂੰ ਇਹਨਾਂ ਤੋਂ ਦੂਰ ਰੱਖੋ, ਉੱਪਰਾ ਦੁੱਧ ਪਿਲਾਓ। ਹਾਂ, ਖਾਸ ਗੱਲ ਤੁਸੀਂ ਖੁਦ ਕੇਅਰ ਕਰੋ, ਉਹਨਾਂ ਨੂੰ ਮਹਿਸੂਸ ਨਾ ਹੋਵੇ, ਤਦ ਹੀ ਉਹ ਠੀਕ ਹੋ ਸਕਦੇ। ਤੇ ਮੈਂ ਮੇਰੀ ਧੀ ਨੂੰ ਜੀ ਅੱਡ ਕਮਰੇ 'ਚ ਰੱਖਾਂ? ਬਿਲਕੁਲ ਰੱਖਣਾ ਪਊਗਾ। ਬੜਾ ਔਖਾ ਹੋ ਜਾਣਾ ਡਾਕਟਰ ਸਾਹਿਬ, ਇਕੱਲਾ ਕਹਿ ਰਿਹਾ ਜੀ ਮੈਂ। ਫਿਰ ਇਹ ਜੋ ਮਾਤਾ ਜੀ ਤੁਹਾਡੇ ਨਾਲ ਆਉਂਦੇ ਹੁੰਦੇ ਸੀ, ਇਹ ਕੌਣ ਨੇ? ਉਹ ਤਾਂ ਡਾਕਟਰ ਸਾਹਿਬ ਮੇਰੀ ਸੱਸ ਹੈ ਜੀ। ਚਲੋ ਤੁਹਾਨੂੰ ਇਹ ਵਿਸ਼ੇਸ਼ ਧਿਆਨ ਰੱਖਣਾ ਪਊਗਾ। ਚਲੋ ਜੀ, ਮੈਂ ਡਾਕਟਰ ਸਾਹਿਬ ਰੱਬ ਨੂੰ ਮਨਜ਼ੂਰ। ਦੁੱਖ ਕਿਨੂੰ ਦੱਸਾਂ, ਨਾਲੇ ਰੋਵਾਂ ਨਾਲੇ ਹੱਸਾਂ। ਦੁੱਖ ਕਿਨੂੰ ਦੱਸਾਂ, ਨਾਲੇ ਰੋਵਾਂ ਨਾਲੇ ਹੱਸਾਂ। ਓ ਮਾਰ ਗਏ ਨੇ ਮਾਰ, ਓ ਮਾਰ ਗਏ ਨੇ। ਹਾਂਜੀ ਡਾਕਟਰ ਸਾਹਿਬ ਜੀ, ਠੀਕ ਹੋ ਜਾਣਗੇ ਜੀ। ਦੇਖੋ, ਮੈਂ ਇਸ ਕੇਸ ਬਾਰੇ ਆਪਣੇ ਸੀਨੀਅਰ ਨਾਲ ਵੀ ਸਲਾਹ ਕੀਤੀ ਹੈ। ਹੁਣ ਸਾਡੇ ਬਸ ਤੋਂ ਬਾਹਰ ਦੀ ਗੱਲ ਹੈ। ਮੈਂ ਤੁਹਾਨੂੰ ਇੱਕ ਸਲਾਹ ਦਿੰਦਾ ਹਾਂਜੀ। ਕਿ ਦੇਖੋ, ਇਹਦੇ ਹੁੰਦੇ ਬੇਬੀ ਨੂੰ ਵੀ ਖਤਰਾ, ਇਹ ਕਿਤੇ ਵੀ ਹਮਲਾ ਕਰ ਸਕਦੀ ਹੈ, ਤੇ ਤੁਸੀਂ ਇਹਨਾਂ ਨੂੰ ਪਾਗਲਖਾਨੇ ਐਡਮਿਟ ਕਰਾ ਦਿਓ।
ਨਾ ਡਾਕਟਰ ਸਾਹਿਬ, ਮੈਨੂੰ ਪਾਗਲ ਨਹੀਂ ਛੱਡ ਸਕਦਾ। ਮੈਨੂੰ ਪਤਾ ਤੁਸੀਂ ਦੇਖੋ ਜਿਵੇਂ ਮਰਜ਼ੀ ਦੇਖੋ, ਮੈਂ ਇਹਨੂੰ ਆਪਣੇ ਤੋਂ ਦੂਰ ਨਹੀਂ ਕਰ ਸਕਦਾ। ਤੁਹਾਨੂੰ ਆਪਣੇ ਇਮੋਸ਼ਨ ਤੇ ਕੰਟਰੋਲ ਕਰਨਾ ਚਾਹੀਦਾ ਹੈ। ਪਰ ਕੁਝ ਵੀ ਹੋ ਜਾਏ, ਮੈਨੂੰ ਪਾਗਲਖਾਨੇ ਨਹੀਂ ਛੱਡ ਸਕਦਾ, ਨਹੀਂ ਛੱਡ ਸਕਦਾ। ਫਿਰ ਤੁਸੀਂ ਇੰਜ ਕਰੋ, ਮੈਂ ਤੁਹਾਨੂੰ ਥੋੜੀ ਜਿਹੀ ਦਵਾਈ ਦਿੰਦਾ, ਉਹ ਇਹਨੂੰ ਦਿੰਦੇ ਰਹੋ। ਜੇ परमात्मा ਨੇ ਚਾਹਿਆ ਤਾਂ ਠੀਕ ਹੋ ਸਕਦਾ ਹੈ, ਪਰ ਹੋ ਸਕਦਾ ਕੋਈ ਚਮਤਕਾਰ। ठीक है, आ जाओ मेरे को। ਪ੍ਰੀਤਾ, ਪ੍ਰੀਤਾ, ਮੈਨੂੰ ਮਾਫ਼ ਕਰੀ, ਪਰ ਮੈਂ ਆਪਣੇ ਗੁਨਾਹਾਂ ਦਾ ਬੋਝ ਹੁਣ ਹੋਰ ਨਹੀਂ ਚੱਕ ਸਕਦੀ। ਮੈਨੂੰ ਪਤਾ ਤੂੰ ਮੈਨੂੰ ਬਹੁਤ ਪਿਆਰ ਕਰਦਾ, ਪਰ ਮੈਂ ਤੇਰੇ ਪਿਆਰ ਦੇ ਲਾਇਕ ਨਹੀਂ ਹਾਂ। ਮੈਂ ਤੈਨੂੰ ਬਹੁਤ ਵੱਡਾ ਧੋਖਾ ਦਿੱਤਾ, ਅਤੇ ਅੱਜ ਇਸ ਚਿੱਠੀ ਰਾਹੀਂ ਮੈਂ ਆਪਣਾ ਗੁਨਾਹ ਕਬੂਲਦੀ ਹਾਂ। ਤੇਰੇ ਨਾਲ ਵਿਆਹ ਤੋਂ ਪਹਿਲਾਂ ਮੈਂ ਕਿਸੇ ਹੋਰ ਦੀ ਹੋ ਚੁੱਕੀ ਸੀ, ਅਤੇ ਉਹਦੇ ਪਿਆਰ ਵਿੱਚ ਅੰਨੀ ਹੋ ਕੇ ਮੈਂ ਆਪਣਾ ਸਭ ਕੁਝ ਲੁਟਾ ਬੈਠੀ, ਪਰ ਉਹਨੇ ਮੇਰੇ ਨਾਲ ਧੋਖਾ ਕੀਤਾ। ਉਹਦੇ ਪਿਆਰ ਦਾ ਪਾਪ ਮੇਰੇ ਅੰਦਰ ਪਲ ਰਿਹਾ ਸੀ। ਉਹ ਵਿਆਹ ਤੋਂ ਮੁੱਕਰ ਗਿਆ, ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ। ਮੇਰੀ ਮਾਂ ਆਪਣਾ ਮੱਥਾ ਪਿੱਟਣ ਲੱਗੀ, ਡਾਕਟਰਾਂ ਨੇ ਵੀ ਕੋਈ ਮਦਦ ਨਹੀਂ ਕੀਤੀ। ਅਤੇ ਫਿਰ ਇੱਕ ਦਿਨ ਮੇਰੇ ਕੋਲ ਇੱਕ ਬੱਚੀ ਨੇ ਜਨਮ ਲਿਆ। ਬੱਚੀ ਬਹੁਤ ਸੋਹਣੀ ਸੀ, ਗੋਲ ਮਟੋਲ, ਗੋਰੀ ਚਿੱਟੇ, ਬਿਲਕੁਲ ਤੇਰੀ ਧੀ ਦੀ ਤਰ੍ਹਾਂ। ਪਰ ਮੈਨੂੰ ਉਹ ਬਿਲਕੁਲ ਚੰਗੀ ਨਾ ਲੱਗੀ। ਹੁਣ ਉਹ ਪਿਆਰ ਦੀ ਨਹੀਂ, ਪਾਪ ਦੀ ਨਿਸ਼ਾਨੀ ਸੀ। ਮੈਨੂੰ ਉਸ ਨਾਲ ਸਖਤ ਨਫ਼ਰਤ ਸੀ। ਮੇਰੇ ਸਾਹਮਣੇ ਪੂਰੀ ਜ਼ਿੰਦਗੀ ਸੀ, ਅਤੇ ਮੈਂ ਮੱਥੇ 'ਤੇ ਕਲੰਕ ਲੈ ਕੇ ਜੀ ਨਹੀਂ ਸੀ ਸਕਦੀ। ਇਸ ਲਈ ਮੈਂ ਅੱਧੀ ਰਾਤੀ ਉੱਠੀ ਅਤੇ ਬੱਚੀ ਨੂੰ ਲੈ ਕੇ ਨਹਿਰ ਵਿੱਚ ਜਾ ਸੁੱਟਿਆ। ਬੱਚੀ ਡੁਬਡੁਬਾਈਆਂ ਅੱਖਾਂ ਨਾਲ ਮੇਰੇ ਵੱਲ ਵੇਖ ਰਹੀ ਸੀ। ਆਸਮਾਨ ਵਿੱਚ ਬੱਦਲ ਅਤੇ ਬਿਜਲੀ ਗਰਜ ਰਹੀ ਸੀ। ਮੈਨੂੰ ਲੱਗਿਆ ਜਿਵੇਂ ਬੱਚੀ ਚੀਕ ਚੀਕ ਕੇ ਕਹਿ ਰਹੀ ਹੋਵੇ, ਮੈਂ ਫੇਰ ਆਵਾਂਗੀ, ਮੈਂ ਫੇਰ ਆਵਾਂਗੀ। ਫਿਰ ਇੱਕਦਮ ਸਭ ਕੁਝ ਸ਼ਾਂਤ ਹੋ ਗਿਆ। ਮੈਂ ਜਲਦੀ ਹੀ ਆਪਣੇ ਆਪ ਨੂੰ ਸੰਭਾਲ ਲਿਆ। ਫਿਰ ਮੇਰੀ ਜ਼ਿੰਦਗੀ ਵਿੱਚ ਪਾਲਤੂ ਰੱਬ ਬਣ ਕੇ ਆਇਆ। ਤੋ ਰੱਬ ਦੇ ਬੰਦੇ ਨੇ ਮੇਰੇ ਬਾਰੇ ਕੋਈ ਪੁੱਛ ਪੜਤਾਲ ਨਹੀਂ ਕੀਤੀ, ਪਰ ਮੈਨੂੰ ਅੰਦਰੋਂ ਅੰਦਰ ਹੀ ਆਪਣਾ ਪਾਪ ਖਾ ਰਿਹਾ ਸੀ। ਮੈਂ ਤੈਨੂੰ ਕੁਝ ਨਾ ਦੱਸਿਆ, ਤੇਰੇ ਨਾਲ ਬਹੁਤ ਵੱਡਾ ਧੋਖਾ ਕੀਤਾ, ਪਰ ਕਹਿੰਦੇ ਨੇ ਨਾ ਕਿ ਬੰਦੇ ਨੂੰ ਆਪਣੇ ਕਰਮਾਂ ਦਾ ਫਲ ਭੁਗਤਣਾ ਹੀ ਪੈਂਦਾ। ਹੁਣ ਮੇਰੀ ਕੁੱਖੋਂ ਤੇਰੀ ਇਹ ਧੀ ਜੰਮੀ ਹੈ, ਉਵੇਂ ਹੀ ਪਿਆਰੀ ਜਿਹੀ, ਗੋਰੀ ਚਿੱਟੇ, ਗੋਲ ਮਟੋਲ, ਬਿਲਕੁਲ ਮੇਰੀ ਧੀ ਦੀ ਤਰ੍ਹਾਂ। ਜਦ ਮੈਂ ਇਸ ਨੂੰ ਦੇਖਿਆ ਤਾਂ ਮੈਨੂੰ ਲੱਗਿਆ ਕਿ ਮੇਰੀ ਉਹੀ ਧੀ ਵਾਪਸ ਆ ਗਈ ਹੈ, ਜਿਸ ਨੂੰ ਮੈਂ ਆਪਣੇ ਹੱਥੀਂ ਡੋਬ ਕੇ ਮਾਰ ਦਿੱਤਾ ਸੀ। ਇਹ ਹੋਰ ਕੋਈ ਨਹੀਂ, ਇਹ ਉਹੀ ਮੇਰੀ ਧੀ ਹੈ ਜੋ ਮੇਰੇ ਕੋਲੋਂ ਆਪਣਾ ਪੁਰਾਣਾ ਬਦਲਾ ਲੈਣ ਆਈ ਹੈ। ਇਹ ਮੈਨੂੰ ਖਾ ਜਾਏਗੀ ਪਾਲ, ਮੈਂ ਇਸ ਨਾਲ ਅੱਖ ਨਹੀਂ ਮਿਲਾ ਸਕਦੀ। ਜਾਂ ਫਿਰ ਮੈਂ ਇਸ ਦਾ ਦੁਬਾਰਾ ਖੂਨ ਕਰ ਦਾਂਗੀ। ਇਸ ਲਈ ਅਸੀਂ ਇਕੱਠੇ ਨਹੀਂ ਰਹਿ ਸਕਦੇ। ਮੈਂ ਜਾ ਰਹੀ ਹਾਂ, ਮੈਨੂੰ ਲੱਭਣ ਦੀ ਕੋਸ਼ਿਸ਼ ਨਾ ਕਰੀ ਪ੍ਰੀਤ।